ਸੋ ਜਿੰਨਾ ਵੀ ਸੱਚਖੰਡ ਹੈ, ਉਸ ਸਾਰੇ ਸੱਚਖੰਡ ਦੇ ਅੰਦਰ ਬੇਅੰਤ ਸ਼ੁੱਧ ਜੋ ਪ੍ਰਾਤਮਾਵਾਂ ਰਹਿੰਦੀਆਂ ਹਨ, ਉਹ ਸਾਰੀਆਂ ਇੱਕੋ ਜਿਹੀਆਂ ਹਨ। ਜਿਵੇਂ ਪਾਤਸ਼ਾਹ ਬਚਨ ਕਰਦੇ ਹਨ, ਸੱਚਖੰਡ ਵਸੈ ਨਿਰੰਕਾਰ। ਹੁਣ ਸੱਚਖੰਡ ਦੇ ਅੰਦਰ ਵਸੈ ਸ਼ਬਦ ਹੈ ਜਿਹੜਾ ਬਹੁ ਵਚਨ ਹੈ, ਤੇ ਨਿਰੰਕਾਰ ਦੇ ਰਾਰੇ ਨੂੰ ਔਂਕੜ ਹੈ ਉਹ ਇੱਕ ਵਚਨ ਹੈ। ਕਿ ਜਿੰਨੀਆਂ ਵੀ ਪ੍ਰਾਤਮਾਵਾਂ ਸੱਚਖੰਡ ਦੇ ਅੰਦਰ ਵਸਦੀਆਂ ਹਨ, ਉਹ ਸਾਰੀਆਂ ਹੀ ਨਿਰੰਕਾਰ ਹਨ, ਭਾਵ ਕਿ ਸਾਰੀਆਂ ਹੀ ਜੋਤਾਂ ਦਾ ਆਕਾਰ ਇੱਕੋ ਜਿਹਾ ਹੀ ਹੈ। ਜਿਵੇਂ ਪਾਤਸ਼ਾਹ ਕਹਿੰਦੇ ਹੈ, ਪਹਿਲ ਪੁਰੀਏ ਪੁੰਡਰਕ ਵਨਾ ਤਾਂਚੇ ਹੰਸਾ ਸਗਲੇ ਜਨ। ਕਿ ਸਭ ਤੋਂ ਪਹਿਲਾਂ ਪੁੰਡਰਕ ਵਨਾ ਬਿਲਕੁਲ ਸ਼ੁੱਧ ਸੀ, ਤਾਂਚੇ ਹੰਸਾ ਸਗਲੇ ਜਨ। ਤਾਂ ਜੇ ਸੱਚੇ ਪਾਤਸ਼ਾਹ ਕਹਿੰਦੇ ਜਿੰਨੀਆਂ ਵੀ ਜੋਤਾਂ ਨੇ, ਹੰਸਾ ਨੇ, ਸਗਲੇ। ਹੁਣ ਉੱਥੇ ਦੇਖੋ, ਉੱਥੇ ਵੀ ਬਹੁਤ ਵਚਨ ਹੈ, ਸਗਲੇ, ਜਨਾ ਵੀ ਬਹੁਤ ਵਚਨ ਹੈ। ਸੋ ਸੱਚਖੰਡ ਦੇ ਅੰਦਰ ਇੱਕ ਨਹੀਂ ਬੇਅੰਤ ਜੋਤਾਂ ਹਨ, ਉਹ ਸਾਰੀਆਂ ਜੋਤਾਂ ਹੀ ਇੱਕੋ ਹੀ ਜਿਹੀਆਂ ਹਨ। ਜਿਵੇਂ ਸਮੁੰਦਰ ਦੇ ਅੰਦਰ ਬੇਅੰਤ ਪਾਣੀ ਦੀਆਂ ਬੂੰਦਾਂ ਹਨ, ਤੇ ਹਰ ਇੱਕ ਪਾਣੀ ਦੀ ਬੂੰਦ ਇੱਕੋ ਜਿਹੀ ਹੋਈ ਹੈ। ਪਾਣੀ ਦੀਆਂ ਬੂੰਦਾਂ ਦਾ ਮਿਲ ਕੇ ਜੋ ਸਮੂਹ ਹੈ, ਉਹਨੂੰ ਸਮੁੰਦਰ ਆਖਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਸੱਚਖੰਡ ਦੇ ਅੰਦਰ ਜਿਹੜੀਆਂ ਪੂਰਨ ਬ੍ਰਹਮ ਸ਼ੁੱਧ ਜੋਤਾਂ ਹਨ, ਉਹਨਾਂ ਸਾਰੀਆਂ ਜੋਤਾਂ ਨੂੰ ਹੀ ਪਰਮੇਸ਼ਰ ਆਖਿਆ ਜਾਂਦਾ ਹੈ, ਪਾਰ ਬ੍ਰਹਮ ਆਖਿਆ ਜਾਂਦਾ ਹੈ। ਕਿ ਉਹ ਬ੍ਰਹਮ, ਉਹ ਜੋਤ ਜਿਹੜੀ ਮਾਇਆ ਤੋਂ ਪਰੇ ਹੈ। ਸੱਚਖੰਡ ਦੇ ਅੰਦਰ ਕੋਈ ਇੱਕ ਜੀਵਾਤਮਾ ਨਹੀਂ, ਪਰਮੇਸ਼ਰ ਕੋਈ ਇੱਕ ਇਸ ਤਰ੍ਹਾਂ ਦਾ ਨਹੀਂ ਵੀ ਕੋਈ ਇੱਕ ਬੰਦਾ ਜਿਵੇਂ ਕੋਈ ਸ੍ਰਿਸ਼ਟੀ ਨੂੰ ਚਲਾ ਰਿਹਾ ਹੋਵੇ। ਸਾਰੀਆਂ ਜੋਤਾਂ ਦਾ ਜਿਹੜਾ ਹੁਕਮ ਹੈ, ਉਹ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਸਾਰੀ ਸ੍ਰਿਸ਼ਟੀ ਦੇ ਅੰਦਰ ਵਾ ਕੁਦਰਤ ਦੇ ਅੰਦਰ ਉਹਦਾ ਹੁਕਮ ਚੱਲਦਾ ਹੈ, ਹਾਕਮ ਨਹੀਂ ਆਉਂਦਾ। ਹਾਕਮ ਮਾਇਆ ਤੋਂ ਪਰੇ ਹੀ ਰਹਿੰਦਾ ਹੈ। ਹਾਕਮ ਦਾ ਹੁਕਮ ਹੈ ਜਿਹੜਾ ਉਹ ਚੱਲ ਰਿਹਾ। ਤਾਂ ਹੀ ਪਾਤਸ਼ਾਹ ਕਹਿ ਰਿਹਾ ਨਾ ਕਿ ਹੁਕਮੇ ਅੰਦਰ ਸਭ ਕੋ, ਹੁਕਮ ਦੇ ਵਿੱਚ ਸਾਰਾ ਕੁਝ ਚੱਲ ਰਿਹਾ। ਜਿਹੜਾ ਇੱਕ ਹੈ, ਸੱਚਖੰਡ ਹੈ, ਉਹਦਾ ਜਿਹੜਾ ਹੁਕਮ ਹੈ, ਉਹ ਸਾਰੀਆਂ ਜੀਵ ਆਤਮਾ ਜੋ ਸ੍ਰਿਸ਼ਟੀ ਦੇ ਅੰਦਰ ਨੇ, ਉਹਨਾਂ ਦੇ ਉੱਪਰ ਵੀ ਲਾਗੂ ਹੈ। ਤੇ ਜਿੰਨੀਆਂ ਸੱਚਖੰਡ ਦੇ ਅੰਦਰ ਜੋਤਾਂ ਨੇ, ਉਹਨਾਂ 'ਤੇ ਵੀ ਲਾਗੂ ਹੈ। ਜਿਵੇਂ ਮਾਇਆ ਦੇ ਵਿੱਚ ਜੇ ਅਸੀਂ ਸਮਝਣਾ ਹੋਵੇ, ਸਾਡੇ ਦੇਸ਼ ਦੇ ਅੰਦਰ ਜੋ ਸਰਕਾਰ ਹੈ, ਜੋ ਕਾਨੂੰਨ ਬਣਾਉਂਦੀ ਹੈ, ਉਹ ਵੀ ਕਾਨੂੰਨ ਦੇ ਅੰਦਰ ਹੀ ਹੁੰਦੇ ਨੇ, ਤੇ ਜਿਨ੍ਹਾਂ ਲਈ ਕਾਨੂੰਨ ਬਣਾਇਆ ਜਾਂਦਾ ਉਹ ਵੀ ਕਾਨੂੰਨ ਦੇ ਅੰਦਰ ਹੀ ਹੁੰਦੇ। ਸੋ ਜਦੋਂ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਰਚੀ ਗਈ, ਉਦੋਂ ਸੱਚਖੰਡ ਹੀ ਸੀ। ਸੱਚਖੰਡ ਸਦਾ ਹੀ ਰਹਿੰਦਾ ਹੈ। ਸੱਚਖੰਡ ਦੇ ਅੰਦਰੋਂ ਜਿਹੜੀਆਂ ਜੋਤਾਂ ਜਦੋਂ ਸੁੰਨ ਤੋਂ ਸਹਿਜ ਆਈਆਂ, ਉਹ ਜੋਤਾਂ ਸੱਚਖੰਡ ਦੇ ਅੰਦਰ ਹੀ ਰਹਿ ਗਈਆਂ। ਜਿਹੜੀ ਜੋਤ ਸਹਿਜ ਨਹੀਂ ਹੋ ਸਕੀ, ਸੁੰਨ ਦੇ ਅੰਦਰ ਹੀ ਸੁਪਨਾ ਸ਼ੁਰੂ ਕਰ ਲਿਆ, ਆਪਣੇ ਅੰਦਰ ਹੀ ਭਰਮ ਪੈਦਾ ਕਰ ਲਿਆ, ਉਹਨਾਂ ਲਈ ਭਵ ਸਾਗਰ ਬਣ ਗਿਆ। ਵਾਸਤਵ ਦੇ ਵਿੱਚ ਜਿਹੜੀ ਸਾਡੀ ਪ੍ਰਾਤਮਾ ਹੈ ਜਾਂ ਸਾਡਾ ਜਿਹੜਾ ਮੂਲ ਹੈ, ਉਹ ਸੱਚਖੰਡ ਦੇ ਅੰਦਰ ਹੀ ਹੈ। ਜਿਵੇਂ ਪਾਤਸ਼ਾਹ ਕਹਿੰਦੇ ਆ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਚਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਕਿ ਜਿਹੜੀ ਸਾਡੀ ਪ੍ਰਾਤਮਾ ਹੈ, ਉਹ ਤਾਂ ਰਾਜਾ ਹੈ, ਉਹ ਸਿੰਘਾਸਨ ਤੇ ਸੁੱਤਾ ਪਿਆ। ਸਿੰਘਾਸਨ ਹੁੰਦਾ ਸ਼ਬਦ, ਹੁਕਮ। ਉਹ ਆਪਣਾ ਹੁਕਮ ਨੂੰ ਭੁੱਲ ਕੇ ਮਾਇਆ ਦੀ ਇੱਛਾ ਕਰ ਲਈ, ਸੁਪਨਾ ਲੈਣ ਲੱਗ ਗਿਆ। ਸੁਪਨੇ ਵਿੱਚ ਭੇਖਾਰੀ, ਭੇਖ ਧਾਰਨ ਕਰ ਲਿਆ, ਭੇਖ ਕੀ ਧਾਰ ਕੀਤਾ। ਆਹ ਜਿਹੜੀ ਵਾਹਰ ਦੇਹੀ ਹੈ, ਇਹ ਭੇਖ ਹੈ।
ਸੱਚਖੰਡ ਦੀ ਦ੍ਰਿਸ਼ਟੀ ਤੋਂ, ਸਾਡੀ ਦ੍ਰਿਸ਼ਟੀ ਤੋਂ ਇਸ ਸਰੀਰ ਦੇ ਉੱਪਰ ਪਾਇਆ ਹੋਇਆ ਚੋਲਾ ਜਾਂ ਕੋਈ ਵਸਤਰ ਉਹ ਭੇਖ ਹੁੰਦਾ ਹੈ। ਸੋ ਜਿਹੜਾ ਪ੍ਰਾਤਮਾ ਨੇ ਭੇਖ ਧਾਰਨ ਕੀਤਾ ਉਹ ਆ ਸਰੀਰ ਹੈ ਮਾਇਆ ਦਾ। ਸੋ ਜਿਹੜੀਆਂ ਜਿਹੜੀਆਂ ਜੋਤਾਂ ਭਵ ਸਾਗਰ ਦੇ ਵਿੱਚ ਆਈਆਂ, ਫਿਰ ਉਹਨਾਂ ਦੇ ਉਪਚਾਰ ਵਾਸਤੇ ਜਿਹੜੀਆਂ ਜੋਤਾਂ ਸਹਿਜ ਨੇ ਸੱਚਖੰਡ ਦੇ ਅੰਦਰ ਨੇ, ਉਹਨਾਂ ਨੇ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਕਿ ਜਿਵੇਂ ਬਿਮਾਰ ਦਾ ਇਲਾਜ ਕਰਨ ਵਾਸਤੇ ਹਸਪੀਟਲ ਹੁੰਦਾ ਹੈ, ਇਸੇ ਤਰ੍ਹਾਂ ਜਿਹੜੀ ਜੋਤ ਭਵ ਸਾਗਰ ਦੇ ਅੰਦਰ ਆਈ ਆ, ਹੇ ਮੇਰੇ ਮਨਾ ਜਿਵੇਂ ਤੂੰ ਇਸ ਭਵ ਸਾਗਰ ਦੇ ਅੰਦਰ ਆਇਆ, ਤੈਨੂੰ ਬਿਮਾਰੀ ਲੱਗੀ ਹੈ ਹਉਮੈ ਦੀ। ਹਉਮੈ ਦੀਰਘ ਰੋਗ ਹੈ, दारू ਪੀ ਇਸ ਮਾਹੇ। ਹਉਮੈ ਦੀ ਬਿਮਾਰੀ ਲੱਗੀ ਤੇ ਉਸ ਦਾ ਇਲਾਜ ਵੀ ਕਰਨਾ ਹੈ। ਇਲਾਜ ਵਾਸਤੇ ਆ ਸਾਰਾ ਜੋ ਭਵ ਸਾਗਰ ਹੈ, ਮਿਰਤ ਲੋਕ ਹੈ, ਬਣਾਇਆ ਗਿਆ, ਬਣਾਇਆ ਸੱਚਖੰਡ ਵਾਲਿਆਂ ਨੇ। ਜਿੰਨੀਆਂ ਵੀ ਜੋਤਾਂ ਸੱਚਖੰਡ ਦੇ ਅੰਦਰ ਨੇ, ਉਹਨਾਂ ਨੇ ਸਾਡੇ ਉਪਚਾਰ ਵਾਸਤੇ, ਸਾਡੀ ਬਿਮਾਰੀ ਨੂੰ ਦੂਰ ਕਰਨ ਵਾਸਤੇ ਇਹ ਸਾਡੇ ਉੱਪਰ ਦਇਆ ਕੀਤੀ ਹੈ, ਤਰਸ ਕੀਤਾ ਹੈ। ਫਿਰ ਉਹਨਾਂ ਨੇ ਨਾਲ ਆਪਣਾ ਸਵੈ ਹੁਕਮ ਵੀ ਭੇਜਿਆ। ਸਰਬ ਰੋਗ ਕਾ ਔਖਦ ਨਾਮ ਵੀ ਭੇਜਿਆ ਕਿ ਜਿਹੜਾ ਸਭ ਤੋਂ ਵੱਡਾ ਰੋਗ ਹੈ, ਉਸ ਰੋਗ ਨੂੰ ਦੂਰ ਕਰਨ ਵਾਸਤੇ ਨਾਮ ਕੀ ਹੈ? ਨਾਮ ਹੈ ਗਿਆਨ। ਉਹਨਾਂ ਨੇ ਗਿਆਨ ਦਿੱਤਾ ਕਿ ਜਿਹੜਾ ਤੈਨੂੰ ਭਰਮ ਹੋਇਆ, ਇਸ ਭਰਮ ਨੂੰ ਦੂਰ ਕਰਨ ਵਾਸਤੇ ਤੈਨੂੰ ਗਿਆਨ ਦਾ ਦੀਪਕ ਬਹੁਤ ਜ਼ਰੂਰੀ ਹੈ। ਗਿਆਨ ਦੀ ਰੌਸ਼ਨੀ ਦੇ ਅੰਦਰ ਹੀ ਪ੍ਰਾਤਮਾ ਦਾ ਭਰਮ ਦੂਰ ਹੋ ਸਕਦਾ ਹੈ। ਪ੍ਰਾਤਮਾ ਨੂੰ ਭਰਮ ਕੀ ਹੋਇਆ? ਉਹਨੇ ਆਤਮਾ ਪੈਦਾ ਕਰ ਲਈ। ਜਿਵੇਂ ਪਾਤਸ਼ਾਹ ਆਸਾ ਕੀ ਵਾਰ ਵਿੱਚ ਕਹਿੰਦੇ, ਹਉ ਵਿੱਚ ਆਇਆ, ਆਇਆ ਤਾਂ ਹਉ ਦੇ ਵਿੱਚ ਹੈ। ਹਉ ਹੁੰਦਾ ਭਰਮ, ਤੇ ਹਉ ਵਿੱਚ ਹੀ ਚਲਾ ਜਾਂਦਾ, ਭਰਮ 'ਚ ਹੀ ਚਲਾ ਜਾਂਦਾ। ਭਰਮ ਦੂਰ ਨਹੀਂ ਕਰਦਾ, ਭਰਮੇ ਭੁੱਲਾ ਦਹਿ ਦਿਸਤਾਵੈ। ਭਰਮ ਕੀ ਪੈਦਾ ਕੀਤਾ? ਆਤਮਾ ਪੈਦਾ ਕਰ ਲਈ। ਪ੍ਰਾਤਮਾ ਨੇ ਆਪਣੇ ਅੰਦਰੋਂ ਆਪਣੀ ਇੱਛਾ ਜਿਹੜੀ ਪੈਦਾ ਕੀਤੀ, ਉਹ ਆਤਮਾ ਹੈ। ਉਸੇ ਨੂੰ ਹੀ ਮਨ ਕਹਿੰਦੇ, ਉਸੇ ਨੂੰ ਹੀ ਧਿਆਨ ਕਹਿੰਦੇ ਆ। ਜਿਹੜੀਆਂ ਜੋਤਾਂ ਸੱਚਖੰਡ ਦੇ ਅੰਦਰ ਨੇ, ਉਹਨਾਂ ਦੀ ਜਿਹੜੀ ਸਵੈ ਇੱਛਾ ਹੈ, ਉਹਨਾਂ ਦੀ ਜਿਹੜੀ ਆਤਮਾ ਹੈ, ਉਹ ਸ਼ੁੱਧ ਹੈ। ਮਨ ਉਹਨਾਂ ਦਾ ਵੀ ਹੈ, ਪਰ ਉਹਨਾਂ ਦਾ ਮਨ ਸ਼ੁੱਧ ਹੈ। ਮਨ ਸਾਡਾ ਵੀ ਹੈ, ਸਾਡਾ ਮਨ ਮਲੀਨ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੂ ਸਾਡਾ ਹੈ। ਜਿਹੜਾ ਇੱਕ ਹੈ ਨਾ, ਗੁਰਬਾਣੀ ਦੇ ਅੰਦਰ ਲਿਖਿਆ ਗਿਆ, ਉਸ ਇੱਕ ਦਾ ਭਾਵ ਹੈ ਕਿ ਜਿਹੜਾ ਸਲਾਮਤ ਹੈ, ਨਿਰੰਕਾਰ ਹੈ, ਉਹ ਪੂਰਨ ਬ੍ਰਹਮ ਹੈ, ਉਹ ਪੂਰਨ ਜੋਤ ਹੈ। ਉਹ ਸੱਚਖੰਡ ਦੇ ਅੰਦਰ ਪ੍ਰਵੇਸ਼ ਕਰਦੀ ਹੈ। ਉਸੇ ਨੂੰ ਸੁਖ ਸਾਗਰ ਆਖਿਆ ਜਾਂਦਾ ਹੈ, ਉਸੇ ਨੂੰ ਬੇਗਮਪੁਰ ਆਖਿਆ ਜਾਂਦਾ ਹੈ, ਉਸੇ ਨੂੰ ਅਵਚਲ ਨਗਰ ਆਖਿਆ ਜਾਂਦਾ ਹੈ, ਉਸੇ ਨੂੰ ਹੀ ਅੰਮ੍ਰਿਤਸਰ ਆਖਿਆ ਜਾਂਦਾ ਹੈ। ਉਹ ਮਾਇਆ ਤੋਂ ਪਰੇ ਹੈ। ਸਾਰੀ ਸ੍ਰਿਸ਼ਟੀ ਹੈ ਜਿਹੜੀ ਉਹਦੇ ਅੰਦਰ ਹੈ। ਭਵ ਸਾਗਰ ਸੁਖ ਸਾਗਰ ਮਾਹੀ। ਜਿਵੇਂ ਇੱਕ ਬਰਫ਼ ਦਾ ਬਹੁਤ ਵੱਡਾ ਗਲੇਸ਼ੀਅਰ ਹੋਵੇ, ਉਹਦੇ ਵਿੱਚ ਇੱਕ ਥੋੜ੍ਹੀ ਜਿਹੀ ਥਾਂ ਨੂੰ ਅਸੀਂ ਪਿਘਲਾ ਕੇ ਪਾਣੀ ਪੈਦਾ ਕਰ ਲਈਏ, ਬਾਕੀ ਆਲੇ ਦੁਆਲੇ ਬਰਫ਼ ਹੋਵੇ। ਇਸੇ ਤਰ੍ਹਾਂ ਹੀ ਹੈ ਕਿ ਆਲੇ ਦੁਆਲੇ ਦਸੇ ਦਿਸ਼ਾਵਾਂ ਦੇ ਅੰਦਰ ਸੱਚਖੰਡ ਆ, ਉਹਦੇ ਅੰਦਰ ਇੱਕ ਛੋਟਾ ਜਿਹਾ ਹਿੱਸਾ ਹੈ ਜਿਹੜਾ ਕਿ ਭਵ ਸਾਗਰ ਹੈ, ਜਿੱਥੇ ਸਾਡੀਆਂ ਆਤਮਾਵਾਂ ਨਿਵਾਸ ਕਰਦੀਆਂ। ਇਹ ਸਾਰਾ ਕੁਛ ਉਹਦੇ ਅੰਦਰ ਹੀ ਵਰਤ ਰਿਹਾ, ਜੋ ਵਿਰਾਟ ਰੂਪ ਹੈ। ਸੋ ਗੁਰਬਾਣੀ ਦੇ ਅੰਦਰ ਬੇਅੰਤ ਬਚਨ ਨੇ, ਜਿਨ੍ਹਾਂ ਤੋਂ ਸੋਝੀ ਆਉਂਦੀ ਹੈ ਕਿ ਸੱਚਖੰਡ ਦੇ ਅੰਦਰ ਪਤਾ ਨਹੀਂ ਕਿੰਨੀਆਂ ਕੁ ਪ੍ਰਾਤਮਾਵਾਂ ਨੇ, ਸ਼ੁੱਧ ਜੋਤਾਂ ਨੇ।
ਜਿਨ੍ਹਾਂ ਦਾ ਆਕਾਰ ਇੱਕੋ ਜਿਹਾ ਹੀ ਹੈ। ਜਿਹੜੀਆਂ ਜੋਤਾਂ ਭਵ ਸਾਗਰ ਦੇ ਅੰਦਰ ਆਈਆਂ, ਇਹਨਾਂ ਦਾ ਆਕਾਰ ਇੱਕੋ ਜਿਹਾ ਨਹੀਂ ਹੈ ਇੱਕੋ ਹੀ ਜੋਤ। ਜਿਮੀ ਜਿਮਾ ਕੇ ਵੇਖੈ ਏਕ ਜੋਤ ਹੈ, ਨਾ ਵਾਦ ਹੈ ਨਾ ਘਾਟ ਹੈ, ਨਾ ਘਾਟ ਵਾਦ ਹੋਤ ਹੈ। ਜੋਤ ਸਾਡੇ ਅੰਦਰ ਵੀ ਹਿਰਦੇ ਦੇ ਅੰਦਰ ਇੱਕੋ ਹੀ ਹੈ, ਇਹਦਾ ਧਿਆਨ ਵੱਖਰਾ ਹੈ। ਉਸ ਸੱਚਖੰਡ ਵਿੱਚ ਜਿਹੜੀਆਂ ਜੋਤਾਂ ਨੇ ਉਹਨਾਂ ਦਾ ਜਿਹੜਾ ਧਿਆਨ ਵੀ ਇੱਕੋ ਹੀ ਹੈ। ਜਿਹੜੀ ਜੋਤ ਜਿਹੜਾ ਇੱਕ ਭਵ ਸਾਗਰ ਵਿੱਚ ਆ ਗਿਆ, ਇਹਦੀ ਧਿਆਨ ਦੀ ਜੋ ਸ਼ਕਤੀ ਹੈ ਉਹ ਵੱਖਰੀ ਹੈ। ਇਹ ਮਾਇਆ ਨਾਲ ਲਿਪਤ ਹੈ, ਉਹ ਮਾਇਆ ਤੋਂ ਅਲਿਪਤ ਹੈ। ਜਿਵੇਂ ਪਾਤਸ਼ਾਹ ਨੇ ਸ੍ਰੀ ਨਾਮਦੇਵ ਜੀ ਪਾਤਸ਼ਾਹ ਆਖਦੇ ਆ 693 ਪੰਨੇ ਦੇ ਉੱਪਰ ਵੀ ਕਿ ਪਹਿਲ ਪੁਰੀਏ ਪੁੰਡਰਕ ਬੰਨਾ, ਕਿ ਸਭ ਤੋਂ ਪਹਿਲਾਂ ਬਿਲਕੁਲ ਸ਼ੁੱਧ ਜੋਤਾਂ ਨੇ, ਤਾਂਚੇ ਹੰਸਾ ਸਗਲੇ ਜਨਾ। ਉਹ ਜਿੰਨੀਆਂ ਵੀ ਜੋਤਾਂ ਨੇ ਉਹ ਬਿਲਕੁਲ ਸ਼ੁੱਧ ਨੇ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨ। ਹੁਣ ਕ੍ਰਿਸ਼ਨਾ ਤੇ ਜਾਨੋ, ਕ੍ਰਿਸ਼ਨਾ ਮਨ ਹੈ ਕਿਉਂਕਿ ਮਨ ਕਾਲਾ ਹੈ। ਜਿਹੜੀ ਜਿਹੜੀ ਜੋਤ ਨੇ, ਜੋਤੀ ਨੇ ਆਪਣੀ ਜੋਤ ਪੈਦਾ ਕੀਤੀ, ਮਨ ਪੈਦਾ ਕੀਤਾ, ਫਿਰ ਹਰ ਹਰ ਨਾਚਤੀ ਨਾਚਨਾ, ਫਿਰ ਟਿਕਾ ਨਹੀਂ ਹੈ। ਹਰ ਇੱਕ ਦਾ ਮਨ ਨੱਚਦਾ, ਮਾਇਆ ਨੂੰ ਵੇਖਦਾ, ਕਿਉਂਕਿ ਮਾਇਆ ਵੀ ਇਹਨੇ ਆਪਣੇ ਅੰਦਰੋਂ ਹੀ ਪੈਦਾ ਕੀਤੀ ਹੈ। ਮਾਇਆ ਕੋਈ ਬਾਹਰੋਂ ਨਹੀਂ ਆਈ। ਮਾਇਆ ਬ੍ਰਹਮ ਰਵੈ ਸਦ ਸੰਗ, ਇਹਦੇ ਹਿਰਦੇ ਦੇ ਅੰਦਰ ਹੀ ਮਾਇਆ ਹੈ। ਇਹਦੀ ਆਪਣੀ ਉਹ ਇੱਛਾ ਹੈ, ਇਹ ਆਪਣਾ ਧਿਆਨ ਪਿੱਛੇ ਖਿੱਚ ਲਵੇ ਤਾਂ ਸ਼ੁੱਧ ਸਰੂਪ ਹੈ। ਜਿੰਨਾ ਚਿਰ ਧਿਆਨ ਮਾਇਆ ਚ ਉਹਨਾਂ ਚਿਰ ਅਸ਼ੁੱਧ ਸਰੂਪ ਹੈ ਇੱਕੋ ਹੀ, ਦੋ ਨਹੀਂ ਹੈ। ਜਦੋਂ ਇੱਕ ਤੋਂ ਦੋ ਹੁੰਦਾ ਉਦੋਂ ਇਹ ਸੰਸਾਰ ਚ ਆਉਂਦਾ ਹੈ, ਉਦੋਂ ਆਕਾਰ ਚ ਆ ਜਾਂਦਾ ਹੈ। ਜਦੋਂ ਦਵੈ ਤੋਂ ਇੱਕ ਹੁੰਦਾ ਫਿਰ ਇਹ ਨਿਰਾਕਾਰ ਬਣ ਜਾਂਦਾ ਹੈ। ਜਿਵੇਂ 10ਵੇਂ ਪਾਤਸ਼ਾਹ ਕਹਿੰਦੇ ਦਵੈ ਤੇ ਏਕ ਰੂਪ ਹੋਏ ਗਏ। ਅਸਲ ਵਿੱਚ ਜਿਹੜੀ ਇਹ ਗੁਰਬਾਣੀ ਹੈ, ਇਹ ਸਾਡੇ ਵਾਸਤੇ ਉਪਦੇਸ਼ ਹੈ। ਜਿਹੜੇ ਜਿਹੜੇ ਪੁਰਖਾਂ ਨੂੰ ਬਾਣੀ ਸੁਣੀ, ਉਹਨਾਂ ਨੇ ਸਾਡੇ ਉੱਪਰ ਤਰਸ ਕੀਤਾ। ਪਰਮੇਸ਼ਰ ਵੱਲੋਂ ਹੁਕਮ ਹੋਇਆ ਕਿ ਇਹਨਾਂ ਜੀਵਾਂ ਦੇ ਉਧਾਰ ਵਾਸਤੇ ਵੀ ਤੁਸੀਂ ਇਹਨਾਂ ਨੂੰ ਉਪਦੇਸ਼ ਦਿਓ। ਗੁਰਬਾਣੀ ਉਪਦੇਸ਼ ਹੈ, ਬਾਣੀ ਗੁਰੂ ਹੈ, ਸ਼ਬਦ ਗੁਰੂ ਹੈ, ਸ੍ਰੀ ਗੁਰੂ ਹੈ, ਸਤ ਗੁਰੂ ਹੈ। ਜਦੋਂ ਉਹਨਾਂ ਨੇ ਸਾਨੂੰ ਗੁਰਬਾਣੀ ਅੱਖਰਾਂ ਦੇ ਵਿੱਚ ਸ਼ਬਦ ਬਣਾ ਕੇ ਦਿੱਤੀ ਗਈ, ਤਾਂ ਇਸ ਗੁਰਬਾਣੀ ਤੋਂ ਅਸੀਂ ਹੁਣ ਸੋਝੀ ਪ੍ਰਾਪਤ ਕਰਨੀ ਹੈ ਕਿ ਅਸੀਂ ਦੋ ਤੋਂ ਇੱਕ ਹੋ ਸਕੀਏ। ਜਿਹੜਾ ਗੁਰਬਾਣੀ ਦੇ ਅੰਦਰ ਇੱਕ ਆਇਆ, ਇਹ ਸਾਡੇ ਲਈ ਮੈਸੇਜ ਆਇਆ ਕਿ ਤੁਸੀਂ ਇੱਕ ਹੋਵੋ, ਤੁਸੀਂ ਦੋ ਥਾਂ ਤੇ ਹੋ। ਓਅੰਕਾਰ ਹੋ ਤੁਸੀਂ। ਓਅੰਗ ਹੁੰਦੀ ਹੈ ਜੋਤੀ, ਆਕਾਰ ਕੀ ਹੈ? ਉਹਦੀ ਇੱਛਾ। ਜਿਵੇਂ ਪਾਣੀ ਟਿਕਿਆ ਹੋਇਆ ਤਾਂ ਆਪਾਂ ਕਹਿੰਦੇ ਪਾਣੀ ਟਿਕਿਆ ਹੋਇਆ। ਜੇ ਉਸੇ ਪਾਣੀ ਚੋਂ ਲਹਿਰ ਉੱਠ ਖੜੇ ਤਾਂ ਅਸੀਂ ਕਹਿੰਦੇ ਆ ਲਹਿਰ ਉੱਠ ਖੜੀ। ਅਸੀਂ ਇਹ ਨਹੀਂ ਕਹਿੰਦੇ ਪਾਣੀ ਉੱਠ ਖੜਿਆ, ਅਸੀਂ ਕਹਿੰਦੇ ਇੱਕ ਦੇਖੋ ਲਹਿਰਾਂ ਕਿੰਨੀਆਂ ਉੱਚੀਆਂ ਨੇ, ਜਾਂ ਲਹਿਰਾਂ ਬਹੁਤ ਨੇ। ਹੁਣ ਲਹਿਰ ਵੀ ਤਾਂ ਪਾਣੀ ਹੋਈ ਹੈ। ਇਸੇ ਤਰ੍ਹਾਂ ਹੀ ਜਿਹੜਾ ਇੱਕ ਭਵ ਸਾਗਰ ਦੇ ਅੰਦਰ ਆਉਂਦਾ ਹੈ, ਜਿਹੜੀ ਜੋਤ ਭਵ ਸਾਗਰ ਦੇ ਆਉਂਦੀ ਹੈ, ਉਹਦੇ ਅੰਦਰੋਂ ਮਨ ਹੈ ਜਿਹੜਾ ਉਹ ਲਹਿਰ ਬਣ ਕੇ ਉੱਠ ਖੜਦਾ। ਇਹ ਮਨ ਲਹਿਰੀ ਗੱਡ ਥੀ ਹੈ। ਕਹਿੰਦੇ ਜੇ ਤੂੰ ਇਹਨੂੰ ਰੋਕ ਲਵੇਂ, ਜੇ ਸਮੁੰਦਰ ਵਿੱਚੋਂ ਉੱਠਣ ਵਾਲੀ ਲਹਿਰ ਟਿਕ ਜਵੇ, ਆਪਾਂ ਕਹਿੰਦੇ ਸਮੁੰਦਰ ਟਿਕਿਆ ਹੋਇਆ। ਤੇ ਜਿਹੜੀ ਜੋਤ ਦਾ ਧਿਆਨ ਇੱਕ ਹੋ ਜਾਂਦਾ ਉਹਨੂੰ ਕਹਿੰਦੇ ਆ ਇਹ ਇੱਕ ਹੋ ਗਿਆ। ਜਿਹੜੀ ਜੋਤ ਦਾ ਧਿਆਨ ਭੰਗ ਰਹਿੰਦਾ ਉਹਨੂੰ ਕਹਿੰਦੇ ਇੱਕ ਤੋਂ ਦੋ ਹੋ ਗਿਆ। ਉਹ ਦਾਲ ਹੈ, ਉਹ ਭੰਗ ਹੈ, ਉਹ ਸਾਬਤ ਸੂਰਤ ਨਹੀਂ ਹੈ, ਉਹ ਖਾਲਸ ਨਹੀਂ ਹੈ, ਉਹ ਸ਼ੁੱਧ ਨਹੀਂ ਹੈ। ਸੋ ਸ਼ੁੱਧ ਪ੍ਰਾਤਮਾਵਾਂ ਦੇ ਸਮੂਹ ਨੂੰ ਸੱਚਖੰਡ ਆਖਿਆ ਜਾਂਦਾ ਹੈ।
ਜਿਵੇਂ ਪਾਤਸ਼ਾਹ ਕਹਿੰਦੇ ਆ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਕਿ ਜਿਹੜਾ ਆਦ ਹੈ, ਜਿਹੜੀ ਜੋਤ ਭਵ ਸਾਗਰ ਦੇ ਅੰਦਰ ਆਈ ਹੈ ਉਹਦਾ ਆਦ ਹੈ, ਪਰ ਜਿਹੜੀਆਂ ਜੋਤਾਂ ਸੁਖ ਸਾਗਰ ਦੇ ਅੰਦਰ ਨੇ ਉਹਨਾਂ ਦਾ ਆਦ ਨਹੀਂ ਹੈ, ਉਹ ਅਨਾਦੀ ਨੇ, ਔਰ ਉਹਨਾਂ ਦੀ ਕੋਈ ਗਿਣਤੀ ਵੀ ਨਹੀਂ, ਉਹ ਅਨੀਲ ਨੇ, ਉਹ ਗਿਣਤੀ ਤੋਂ ਰਹਿਤ ਨੇ। ਅਨਾਹਤ, ਉਹ ਨਹੀਂ ਟੁੱਟੀਆਂ, ਉਹਨਾਂ ਦਾ ਧਿਆਨ ਨਹੀਂ ਭੰਗ ਹੋਇਆ। ਜੁਗ ਜੁਗ ਇੱਕੋ ਵੇਸ, ਸ੍ਰਿਸ਼ਟੀ ਚੱਲਦੀ ਹੈ, ਉਹਨਾਂ ਦੀ ਦੇਖ ਰੇਖ ਹੇਠ ਸਾਰਾ ਕੁਝ ਹੋ ਰਿਹਾ ਹੈ, ਪਰ ਉਹਨਾਂ ਦਾ ਜਿਹੜਾ ਵੇਸ ਹੈ ਉਹ ਇੱਕੋ ਹੀ ਹੈ, ਉਹਨਾਂ 'ਚ ਕੋਈ ਫਰਕ ਨਹੀਂ ਪੈ ਰਿਹਾ। ਜਿਵੇਂ ਇੱਕ ਬੰਦਾ ਜਾਗਦਾ ਬੈਠਾ, ਇੱਕ ਸੁੱਤਾ ਪਿਆ, ਜਾਗਦੇ ਦੇ ਔਰ ਸੁੱਤੇ ਵਿੱਚ ਫਰਕ ਹੈ। ਅੱਜ ਸੱਚਖੰਡ ਵਿੱਚ ਜਿੰਨੀਆਂ ਜੋਤਾਂ ਨੇ ਉਹ ਸਾਰੀਆਂ ਜਾਗਦੀਆਂ ਨੇ, ਭਵ ਸਾਗਰ ਵਿੱਚ ਜਿੰਨੇ ਨੇ ਸਭ ਸੁੱਤੇ ਨੇ। ਇੱਥੇ ਕੋਈ ਬਿਰਲੀ ਜੋਤ ਆ ਕੇ ਜਾਗਦੀ ਹੈ, ਜਿਹਨੂੰ ਸੋਝੀ ਆ ਜਾਂਦੀ ਹੈ, ਉਹ ਜਾਗ ਜਾਂਦਾ ਹੈ।